ਲੋਕਲ ਇਲੈਕਸ਼ਨਸ ਜਿਹੜੇ ਹੋਏ ਆ ਜੀ, ਇਹਨਾਂ ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਸੰਕੇਤ, ਤਾਂ ਇਹਦੇ ਵਿੱਚੋਂ ਜਿਹੜੇ ਕੋਈ ਜ਼ਿਆਦਾ ਸਪਸ਼ਟ ਆਪਾਂ ਨਹੀਂ ਕਹਿ ਸਕਦੇ। ਹਾਲਾਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਆ ਇਸ ਸਮੇਂ ਸੱਤਾਧਾਰੀ ਧਿਰ ਆ ਕੰਜ਼ਰਵੇਟਿਵ ਟੋਰੀ, ਉਹਨਾਂ ਨੂੰ ਕਾਫੀ ਵੱਡਾ ਝਟਕਾ ਆ ਉਹਨਾਂ ਦੇ ਲਈ ਇਹ। ਪਰ ਜੇਕਰ ਆਪਾਂ ਜਿਹੜੀ ਮੁੱਖ ਵਿਰੋਧੀ ਧਿਰ ਆ ਲੇਬਰ, ਜੇਕਰ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਹਜੇ ਬਹੁਤ ਸਖਤ ਮਿਹਨਤ ਕਰਨੀ ਪੈਣੀ ਆ, ਜਾਂ ਕਹਿ ਲਓ ਕਿ ਹਜੇ ਇੱਕ ਪੂਰਾ ਪਹਾੜ ਉਹਨਾਂ ਦੇ ਸਾਹਮਣੇ ਖੜਾ ਜਿਹੜਾ ਕਿ ਉਹਨਾਂ ਨੂੰ ਚੜ੍ਹਨਾ ਪੈਣਾ, ਜੇਕਰ ਉਹਨਾਂ ਨੇ ਅਗਲੇ ਜਿਹੜੀਆਂ ਤਕਰੀਬਨ ਕਿਆਸੀਆਂ ਜਾ ਰਹੀਆਂ ਕਿ ਅਗਲੇ ਸਾਲ ਜਿਹੜੀਆਂ ਆਮ ਚੋਣਾਂ ਹੋਣੀਆਂ, ਜਨਰਲ ਇਲੈਕਸ਼ਨ ਹੋਣੇ ਆਪਣੇ, ਕਿ ਉਹਨਾਂ ਦੇ ਵਿੱਚ ਜੇਕਰ ਉਹਨਾਂ ਨੇ ਜਿੱਤ ਪ੍ਰਾਪਤ ਕਰਨੀ ਆ ਤਾਂ। ਸੋ ਇਸ ਕਰਕੇ ਹਾਲਾਂਕਿ ਇਹ 'ਚ ਕੋਈ ਸ਼ੱਕ ਨਹੀਂ ਕਿ ਲੇਬਰ ਨੇ ਵਧੀਆ ਪਰਫਾਰਮ ਕੀਤਾ ਤੇ ਕੰਜ਼ਰਵੇਟਿਵ ਨੂੰ ਹਾਰ ਮਿਲੀ ਆ, ਪਰ ਜਿਸ ਲੈਵਲ ਦਾ ਸੀਗਾ ਐਕਸਪੈਕਟਡ ਸੀਗਾ ਜਾਂ ਪ੍ਰੋਜੈਕਸ਼ਨਸ ਸੀਗੀਆਂ, ਕਹਿ ਲਓ ਕਿ ਉਸ ਤਰੀਕੇ ਦਾ ਨਹੀਂ। ਲੇਬਰ ਨੂੰ ਹਜੇ ਉਸ ਤੋਂ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ। ਜਿਵੇਂ ਜਿਹੜਾ ਆਪਣੇ ਬੈਥ ਰਿਗਬੀ ਪੋਲੀਟੀਕਲ ਐਡੀਟਰ ਨੇ ਸਕਾਈ ਨਿਊਜ਼ ਦੇ, ਉਹਨਾਂ ਨੇ ਆਪਣੇ ਇੱਕ ਪੀਸ ਦੇ ਵਿੱਚ ਲਿਖਿਆ ਕਿ ਲੇਬਰ ਨੇ ਕਾਫੀ ਜਿਹੜੀਆਂ ਕੀ ਬੈਟਲ ਗਰਾਊਂਡ ਸੀਗੀਆਂ, ਬਈ ਮੇਨ ਜਿੱਦਾਂ ਆਪਾਂ ਕਹਿ ਲਈਏ ਕਿ ਕਾਫੀ ਜਿਹੜੇ ਤਗੜੇ ਹਲਕੇ ਸੀਗੇ ਜਿਹੜੇ ਕਿ ਟੋਰੀਜ਼ ਦੇ ਮੰਨੇ ਜਾਂਦੇ ਸੀ, ਉਹਨਾਂ ਤੋਂ ਉਹਨਾਂ ਨੇ ਜ਼ਰੂਰ ਖੋ ਕੇ ਆਪਣੇ ਪੱਖ ਦੇ ਵਿੱਚ ਕਰ ਲੈ ਲੇਬਰ ਨੇ। ਪਰ ਜਿਹੜੇ ਆਪੋਜੀਸ਼ਨ ਲੀਡਰ ਨੇ ਤੇ ਲੇਬਰ ਦੇ ਲੀਡਰ ਨੇ ਕੀਅਰ ਸਟਾਰਮਰ, ਉਹਨਾਂ ਨੂੰ ਹਜੇ ਵੀ ਜਿਹੜਾ ਇੱਕ ਮਾਊਂਟੇਨ ਕਹਿ ਲਓ ਕਿ ਕਲਾਈਂਬ ਕਰਨ ਦੀ ਜ਼ਰੂਰਤ ਹੈ ਜੇਕਰ ਉਹਨਾਂ ਨੇ ਮੈਜੋਰਿਟੀ ਸਿਕਿਉਰ ਕਰਨੀ ਆ। ਇਹ ਇਸ ਕਰਕੇ ਕਿ ਜਦੋਂ ਤੁਸੀਂ ਦੇਖਦੇ ਆ, ਹਾਲਾਂਕਿ ਲੇਬਰ ਨੇ ਜਿਹੜੇ ਕੀ ਇਲੈਕਸ਼ਨ ਬੈਟਲ ਗਰਾਊਂਡ ਹੈ ਜਿਵੇਂ ਮੈਡਵੇ ਕੈਂਟ ਦੇ ਵਿੱਚ ਆ, ਇਸੇ ਤਰੀਕੇ ਨਾਲ ਵਿਟਸ਼ਾਇਰ ਦੇ ਵਿੱਚ ਜਿਹੜਾ ਸਵਿੰਡਨ ਆ, ਐਂਡ ਈਸਟ ਸਟਟਫੋਰਡਸ਼ਾਇਰ ਜਿਹੜਾ ਵੈਸਟ ਮਿਡਲੈਂਡਸ ਦੇ ਵਿੱਚ ਹੀ ਆਪਣੇ। ਸੋ ਇਹਨਾਂ ਜਿਹੜੀਆਂ ਇਹ ਮੇਨ ਕਾਉਂਸਲ ਦੀਆਂ ਸੀਟਾਂ ਸੀਗੀਆਂ, ਮੇਨ ਜਿਹੜਾ ਕਾਉਂਸਲਸ ਆ, ਇਹ ਇੱਥੇ ਇਹਨਾਂ ਨੇ ਜਿੱਤ ਜ਼ਰੂਰ ਪ੍ਰਾਪਤ ਕੀਤੀ ਆ। ਪਰ ਫਿਰ ਵੀ ਜਿਹੜਾ ਇਹ ਜਦੋਂ ਇਹਨਾਂ ਨੂੰ ਤੁਸੀਂ ਇਹ ਜਿਹੜੀਆਂ ਵੋਟਾਂ ਇਹ ਹੋਈਆਂ ਆ ਪਿਛਲੇ ਹਫ਼ਤੇ, ਜੇਕਰ ਇਹਨਾਂ ਨੂੰ ਤੁਸੀਂ ਪ੍ਰੋਪਰ ਇਹਨਾਂ ਨੂੰ ਚੈੱਕ ਕਰਦੇ ਆ ਤਾਂ ਫਿਰ ਵੀ ਤੁਹਾਨੂੰ ਨਜ਼ਰ ਆਉਂਦਾ ਕਿ ਜੇਕਰ ਅਗਲੇ ਜਿਹੜਾ ਜਨਰਲ ਇਲੈਕਸ਼ਨ ਆ ਜੋ ਕਿ ਅਗਲੇ ਸਾਲ ਹੋਣ ਦੀ ਸੰਭਾਵਨਾ ਆ, ਜੇਕਰ ਉਹਦੇ ਵਿੱਚ ਲੇਬਰ ਨੇ ਜਿਹੜਾ ਆਊਟਰਾਈਟ ਜਿੱਤ ਪ੍ਰਾਪਤ ਕਰਨੀ ਆ ਕਿ ਬਿਨਾਂ ਕਿਸੇ ਦੀ ਜਿਹੜੀ ਆ ਗੱਠਜੋੜ ਵਾਲੀ ਹਕੂਮਤ ਬਣਾਉਣੀ ਆ, ਜਾਂ ਉਹਨਾਂ ਨੇ ਕਹਿ ਲਓ ਕਿ ਉਹਨਾਂ ਨੇ ਇਕੱਲਿਆਂ ਨੇ ਬਿਲਕੁਲ ਸਟ੍ਰੇਟ ਜਿੱਤ ਹਾਸਲ ਕਰਨੀ ਆ, ਤਾਂ ਉਹਦੇ ਲਈ ਉਹਨਾਂ ਨੂੰ ਹੋਰ ਮਿਹਨਤ ਦੀ ਲੋੜ ਆ, ਕਿਉਂਕਿ ਹਜੇ ਉਹ ਆਊਟਰਾਈਟ ਮੈਜੋਰਿਟੀ ਤੋਂ ਉਹ ਜਿਹੜਾ ਪਿੱਛੇ ਰਹਿ ਰਹੇ ਨੇ ਇਸ ਜਿਹੜੀਆਂ ਵੋਟਾਂ ਦੇ ਹਿਸਾਬ ਦੇ ਨਾਲ। ਜਦੋਂ ਆਪਾਂ ਦੇਖਦੇ ਹਾਂ ਇਹਦੇ ਵਿੱਚ ਜਿਹੜਾ ਹਾਲਾਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲੇਬਰ ਦੇ ਲਈ ਇਹ ਜਿੱਤਿਆ ਤੇ ਓਬਵੀਅਸਲੀ ਉਹ ਖੁਸ਼ੀ ਵੀ ਨੇ। ਜਿਹੜੇ ਸਰ ਕੀਅਰ ਸਟਾਰਮਰ ਨੇ ਉਹਨਾਂ ਨੇ ਵੀ ਇਸ ਗੱਲ ਦਾ ਜਿਹੜਾ ਉਹਨਾਂ ਨੇ ਕਿਹਾ ਵੀ ਆ ਕਿ ਸਾਡੀ ਟੀਮ ਵੱਲੋਂ ਜਾਂ ਉਹਨਾਂ ਨੇ ਵੀ ਸਾਡੀ ਪਾਰਟੀ ਦਾ ਚੰਗਾ ਪ੍ਰਦਰਸ਼ਨ ਕੀਤਾ। ਤੇ ਪਰ ਇਹ ਜਿਹੜਾ ਹੁਣ ਇਹਦੇ ਵਿੱਚ ਆਪਣੇ ਸਕਾਈ ਨਿਊਜ਼ ਦੇ ਜਿਹੜੇ ਇੱਕ ਇਲੈਕਸ਼ਨ ਐਕਸਪਰਟਸ ਨੇ ਜਿਨ੍ਹਾਂ ਨੂੰ ਕਿ ਜਿਨ੍ਹਾਂ ਦੇ ਲੀਡਰ ਨੇ ਪ੍ਰੋਫੈਸਰ ਮਾਈਕਲ ਥ੍ਰੈਸ਼ਰ, ਉਹਨਾਂ ਨੇ ਇਹ ਜਿਹੜਾ ਉਹਨਾਂ ਦਾ ਜਿਹੜਾ ਐਨਾਲਿਸਿਸ ਆ ਉਹਦੇ ਮੁਤਾਬਕ ਜੇਕਰ ਜਿਹੜਾ ਇਸ ਸਾਰੇ ਦੇ ਮੁਤਾਬਕ ਜਿਹੜੀਆਂ ਵੋਟਾਂ ਹੋਈਆਂ, ਲੇਬਰ ਦਾ ਜਿਹੜਾ ਵੋਟ ਸ਼ੇਅਰ ਆ ਉਹ ਪ੍ਰੋਜੈਕਟਡ ਆ ਕਿ ਉਹ 36 to 38% ਤੱਕ ਰਹਿ ਸਕਦਾ ਕਿ ਅਤੇ ਕੰਜ਼ਰਵੇਟਿਵ ਦਾ ਜਿਹੜਾ 28 ਤੋਂ 30% ਤੱਕ ਜਿਹੜਾ ਉਹ ਰਹਿ ਸਕਦਾ। ਸੋ ਜੇਕਰ ਲੇਬਰ ਨੇ ਜਿਹੜਾ ਜਿੱਤ ਹਾਸਲ ਕਰਨੀ ਆ, ਸੋ ਓਬਵੀਅਸਲੀ ਉਹਨੂੰ ਹੋਰ ਮਿਹਨਤ ਕਰਨੀ ਪੈਣੀ ਆ। ਹਾਲਾਂਕਿ ਜਿਹੜਾ ਲੇਬਰ ਆ ਉਹ ਟੋਰੀਜ਼ ਤੋਂ 8 ਜਾਂ ਇਸ ਤੋਂ ਕੁਝ ਜ਼ਿਆਦਾ ਪੁਆਇੰਟ ਜਿਹੜਾ ਅੱਗੇ ਆ, ਪਰ ਫਿਰ ਵੀ ਜਿਹੜਾ ਇਹ ਪ੍ਰੋਜੈਕਸ਼ਨਸ ਹੋ ਰਹੀਆਂ ਸੀਗੀਆਂ ਉਹਦੇ ਤੋਂ ਬਹੁਤ ਕਮੀ ਹੈ, ਕਿਉਂਕਿ ਪ੍ਰੋਜੈਕਸ਼ਨ ਤਕਰੀਬਨ 14% ਤੱਕ ਦੀ ਹੋ ਰਹੀ ਸੀ। ਹਾਲਾਂਕਿ ਟੋਨੀ ਬਲੇਅਰ ਨੂੰ 1997 ਦੇ ਵਿੱਚ ਵੀ ਜਦੋਂ ਉਹਨਾਂ ਨੇ ਲੈਂਡਸਲਾਈਡ ਵਿਕਟਰੀ ਹੋਈ ਸੀ, ਉਸ ਸਮੇਂ ਵੀ ਐਡੀ ਜਿਹੜੀ ਆ ਲੀਡ ਨਹੀਂ ਸੀ। ਤੇ ਪਰ ਫਿਰ ਵੀ ਇਹ ਜਿਹੜੀ ਇਹ ਤੁਹਾਨੂੰ ਪਤਾ, ਕਿਉਂਕਿ ਜਦੋਂ ਪਹਿਲਾਂ ਤਾਂ ਬੋਰਿਸ ਜੌਨਸਨ ਸਾਹਿਬ ਜਦੋਂ ਆਪਣੀ ਕੁਰਸੀ ਤੋਂ ਲਾਂਭੇ ਹੁੰਦੇ ਨੇ ਉਦੋਂ ਇੱਕ ਬਹੁਤ ਵੱਡਾ ਕ੍ਰਾਈਸਿਸ ਮੁਲਕ ਨੇ ਦੇਖਿਆ, ਤੇ ਓਬਵੀਅਸਲੀ ਇਸ ਤਰੀਕੇ ਦੀਆਂ ਚੀਜ਼ਾਂ ਦਾ ਜਿਹੜਾ ਉਹਦੇ ਅਸਰਾਤ ਆ ਤੁਹਾਡੀ ਪੋਲੀਟੀਕਲ ਪਾਰਟੀ ਦੇ ਵੀ ਪੈਂਦੇ ਆ। ਜਦੋਂ ਬੋਰਿਸ ਜੌਨਸਨ ਸਾਹਿਬ ਦੀ ਪਾਰਟੀ ਦੇ ਕਹਿ ਲਓ ਕਿ ਧੜਾ ਅਸਤੀਫੇ ਆਪਾਂ ਨੂੰ ਯਾਦ ਹੈ, ਜੇ ਪਿਛਲੇ ਸਾਲ ਦੀ ਗੱਲ ਹੈ ਕਿ ਲਗਾਤਾਰ ਧੜਾ ਅਸਤੀਫੇ ਆਉਂਦੇ ਆ ਤੇ ਹਾਰ ਕੇ ਫਿਰ ਉਹਨਾਂ ਨੂੰ 2-3 ਦਿਨਾਂ ਬਾਅਦ ਬੋਰਿਸ ਜੌਨਸਨ ਸਾਹਿਬ ਵੀ ਐਲਾਨ ਕਰ ਦਿੰਦੇ ਕਿ ਮੈਂ ਕੁਰਸੀ ਤੋਂ ਲਾਂਭੇ ਹੋ ਰਿਹਾ। ਉਸ ਤੋਂ ਬਾਅਦ ਫਿਰ ਜਿਹੜਾ ਲਿਸਟਰਸ ਆਉਂਦੇ ਨੇ ਜਿਹੜਾ ਕੁਰਸੀ ਦੇ ਉੱਤੇ ਡਾਊਨਿੰਗ ਸਟਰੀਟ 10 ਦੇ ਵਿੱਚ ਜਦੋਂ ਪਹੁੰਚਦੇ ਨੇ ਤੇ ਉਹ ਕੁਝ ਕੁ ਦਿਨ ਹੀ ਉੱਥੇ ਰਹਿ ਪਾਉਂਦੇ ਨੇ, ਕਿਉਂਕਿ ਉਹਨਾਂ ਦੀ ਇੱਕ ਜਿਹੜੀ ਆਰਥਿਕ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਸੀਗੀਆਂ ਉਹਨਾਂ ਦਾ ਇੰਨਾ ਬੁਰੀ ਤਰੀਕੇ ਨਾਲ ਬੈਕਲੈਸ਼ ਹੋਇਆ ਕਿ ਇੱਕ ਬਹੁਤ ਵੱਡਾ ਆਰਥਿਕ ਜਿਹੜੀ ਆਰਥਿਕ ਅਸਥਿਰਤਾ ਦਾ ਸਾਹਮਣਾ ਕਰਨਾ ਪੈ ਗਿਆ ਮੁਲਕ ਨੂੰ, ਤੇ ਉਹਨਾਂ ਨੂੰ ਵੀ ਫਿਰ ਜਲਦੀ ਹੀ ਜਿਹੜਾ ਡਾਊਨਿੰਗ ਸਟਰੀਟ ਤੋਂ ਲਾਂਭੇ ਹੋਣਾ ਪਿਆ। ਸੋ ਉਸ ਤੋਂ ਬਾਅਦ ਹੁਣ ਜਿਹੜੇ ਰਿਸ਼ੀ ਸੁਨਕ ਨੇ ਉਹ ਆਪਣੇ ਇਸ ਜਿਹੜੀਆਂ ਮੇਨ ਜਨਰਲ ਇਲੈਕਸ਼ਨ ਸੀਗੀਆਂ ਉਹਦੇ ਤੋਂ ਬਾਅਦ ਕੰਜ਼ਰਵੇਟਿਵਸ ਨੇ ਮੈਜੋਰਿਟੀ ਹਾਸਲ ਕਰਨ ਤੋਂ ਬਾਅਦ ਇਹਨਾਂ ਨੇ ਤੀਸਰੇ ਪ੍ਰਧਾਨ ਮੰਤਰੀ ਦਿੱਤੇ ਨੇ, ਤੀਸਰੇ ਕੰਜ਼ਰਵੇਟਿਵ ਦੇ ਲੀਡਰ ਨੇ ਜਿਹੜੇ ਇਸ ਵੇਲੇ UK ਦੇ ਪ੍ਰਧਾਨ ਮੰਤਰੀ ਨੇ। ਸੋ ਇਸ ਕਰਕੇ ਇਹਨਾਂ ਸਾਰੀਆਂ ਜਿਹੜੀਆਂ ਸੀਗੀਆਂ ਗੱਲਾਂ, ਇਹਨਾਂ ਦਾ ਅਸਰ
ਓਬਵੀਅਸਲੀ ਤੁਹਾਡੀ ਜਿਹੜੀ ਆ ਪੋਪੂਲੈਰਿਟੀ ਤੇ ਵੀ ਪੈਂਦਾ ਤੇ ਆਪਣੇ ਤਕਰੀਬਨ ਹਰੇਕ ਕੁਝ ਸਮੇਂ ਬਾਅਦ ਹੀ ਜਾਂ ਜਿਹੜਾ YouGov ਵੱਲੋਂ ਇਸ ਤਰੀਕੇ ਦੇ ਜਾਂ ਹੋਰ ਕੰਪਨੀਆਂ ਵੱਲੋਂ ਪੋਲ ਕੀਤੇ ਜਾਂਦੇ ਆ ਕਿ ਕਿਹੜੀ ਪਾਰਟੀ ਕਿੱਥੇ ਆ, ਇਸ ਸਮੇਂ ਕਿਹੜੀ ਪਾਰਟੀ ਕਿੱਥੇ ਆ। ਸੋ ਹਮੇਸ਼ਾ ਜਿਹੜੀ ਲੇਬਰ ਉਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਅਪ ਦਿਖਾਈ ਦਿੱਤੀ ਕੰਜ਼ਰਵੇਟਿਵ ਤੋਂ। ਪਰ ਜਿਸ ਤਰੀਕੇ ਦੀਆਂ ਪ੍ਰੋਜੈਕਸ਼ਨਸ ਸੀਗੀਆਂ ਜਿਵੇਂ ਤੁਹਾਨੂੰ ਦੱਸਿਆ ਕਿ 14% ਤੱਕ ਦੀਆਂ ਉਹ ਨਹੀਂ ਉਹਨਾਂ ਨੂੰ ਮਿਲ ਸਕੀਆਂ। ਸੋ ਇਸ ਕਰਕੇ ਹੁਣ ਜਿਹੜਾ ਇਹ ਕਾਫੀ ਜ਼ਿਆਦਾ ਜਿਹੜਾ ਇਹਨਾਂ ਨੂੰ ਕੰਮ ਕਰਨਾ ਪੈਣਾ। ਇਹ ਜਿਹੜੀ ਆ ਬੈਥ ਰਿਗਬੀ ਦੀ ਇਸ ਰਿਪੋਰਟ ਦੇ ਮੁਤਾਬਕ ਅਗਲੇ ਜਨਰਲ ਇਲੈਕਸ਼ਨ ਦੇ ਵਿੱਚ ਲੇਬਰ ਨੂੰ ਜਿਹੜਾ ਸਵਿੰਗ ਆ, ਭਾਵ ਕਿ ਜਿਹੜੇ ਵੋਟਰਸ ਆ ਕਿ ਉਹ ਆਪਣਾ ਪਾਸਾ ਛੱਡ ਕੇ ਦੂਸਰੇ ਲੇਬਰ ਵਾਲੇ ਪਾਸੇ ਆਉਣ, ਇਹ ਜਿਹੜਾ ਸਵਿੰਗ ਆ ਉਹਨਾਂ ਨੂੰ ਕਾਫੀ ਵੱਡਾ ਇੱਕ ਜਿਹੜਾ ਜੋ ਕਿ ਟੋਨੀ ਬਲੇਅਰ ਨੇ 1997 ਦੇ ਵਿੱਚ ਜਿਹੜਾ ਅਚੀਵ ਕੀਤਾ ਸੀਗਾ ਉਹਦੇ ਤੋਂ ਵੀ ਵੱਡਾ ਕਿ 10.2% ਦਾ ਜਿਹੜਾ ਇਹ ਸਵਿੰਗ ਉਹਨਾਂ ਨੂੰ ਅਚੀਵ ਕਰਨਾ ਪੈਣਾ ਜੇਕਰ ਉਹ ਚਾਹੁੰਦੇ ਨੇ ਕਿ ਉਹ ਆਪਣੀ ਮੈਜੋਰਿਟੀ ਗਵਰਨਮੈਂਟ ਜਿਹੜੀ ਆ ਸਥਾਪਿਤ ਕਰਨ। ਸੋ ਇਸ ਕਰਕੇ ਕਾਫੀ ਵੱਡਾ ਟਾਸਕ ਉਹਨਾਂ ਦੇ ਸਾਹਮਣੇ ਆ ਜੇਕਰ ਉਹਨਾਂ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਜਿੱਤ ਹਾਸਲ ਕਰਨੀ ਆ। ਜੇਕਰ ਆਪਾਂ ਵੈਸੇ ਸੀਟਾਂ ਦੀ ਗੱਲ ਕਰੀਏ ਤਾਂ ਜਿਹੜੇ ਮੈਂ ਹੁਣੇ ਗਾਰਡੀਅਨ ਦੀ ਇੱਕ ਰਿਪੋਰਟ ਦੇਖ ਰਿਹਾ ਸੀਗਾ ਕਿ ਕਾਉਂਸਲਰ ਜਿਹੜੇ 960 ਜਿਹੜੇ ਲੂਜ਼ ਕੀਤੇ ਇਹਨਾਂ ਨੇ ਕੰਜ਼ਰਵੇਟਿਵ ਨੇ ਤੇ ਉਹਨਾਂ ਦੀਆਂ ਜਿਹੜੀਆਂ 2287 ਸੀਟਾਂ ਨੇ ਜਿੱਤੀਆਂ ਤੇ ਲੇਬਰ ਨੇ ਸੀਟਾਂ ਉਹਨਾਂ ਦੀਆਂ ਜਿੱਤੀਆਂ ਨੇ 2652 ਤੇ ਉਹਨਾਂ ਨੇ 635 ਜਿਹੜੇ ਲੇਬਰ ਨੂੰ ਮੋਰ ਕਾਉਂਸਲਰ ਮਿਲੇ ਨੇ, ਉਹਨਾਂ ਨੇ ਜ਼ਿਆਦਾ ਇਸ ਵਾਰ ਹਾਸਲ ਕੀਤੇ ਨੇ। ਲਿਬਰਲ ਡੈਮੋਕ੍ਰੇਟ ਨੇ ਵੀ 416 ਉਹਨਾਂ ਨੂੰ ਜ਼ਿਆਦਾ ਕਾਉਂਸਲਰ ਇਸ ਵਾਰ ਉਹਨਾਂ ਨੇ ਹਾਸਲ ਕੀਤੇ ਨੇ। ਗ੍ਰੀਨ ਪਾਰਟੀ ਨੇ ਵੀ 200 ਤੇ ਇਸੇ ਤਰੀਕੇ ਨਾਲ ਜਿਹੜੀਆਂ ਕਾਉਂਸਲ ਜਿਹੜੇ ਮੇਨ ਕਾਉਂਸਲ ਆ ਉਹਨਾਂ ਦਾ ਜਿਹੜਾ ਕੰਟਰੋਲ ਜਿਹੜਾ ਚੇਂਜ ਹੋਇਆ ਉਹਦੇ ਵਿੱਚ ਕੰਜ਼ਰਵੇਟਿਵ ਨੂੰ ਜਿਹੜੀਆਂ 2 ਹਾਸਲ ਹੋਈਆਂ ਜਦਕਿ ਉਹਨਾਂ ਨੇ 50 ਹਾਰੀਆਂ। ਇਸ ਤਰੀਕੇ ਨਾਲ ਉਹਨਾਂ ਨੂੰ ਇਸ ਸਮੇਂ ਟੋਟਲ ਜਿਹੜਾ ਇਹ ਸਬ ਕਾਸੇ ਦੇ ਵਿੱਚੋਂ 33 ਉਹਨਾਂ ਨੂੰ ਹਾਸਲ ਹੋਇਆ ਤੇ ਜਿਹੜੇ ਲੇਬਰ ਵਾਲੇ ਨੇ ਉਹਨਾਂ ਨੂੰ 22 ਹੋਰ ਸੀਟਾਂ ਜਿਹੜੀਆਂ ਹਾਸਲ ਹੋਈਆਂ। ਹਾਲਾਂਕਿ ਉਹਨਾਂ ਨੇ 23 ਹਾਸਲ ਹੋਈਆਂ ਸੀ ਉਹਨਾਂ ਨੇ, ਪਰ ਇੱਕ ਉਹਨਾਂ ਨੂੰ ਸੀਟ ਦੀ ਜਿਹੜੀ ਹਾਰ ਦਾ ਵੀ ਸਾਹਮਣਾ ਕਰਨਾ ਪਿਆ। ਇਸ ਕਰਕੇ 22 ਜਿਹੜਾ ਟੋਟਲ ਨੰਬਰ ਬਣਦਾ ਓਲ ਟੁਗੇਦਰ ਟੋਟਲ ਉਹਨਾਂ ਦੀ ਜਿਹੜੀ ਗਿਣਤੀ ਆ ਉਹ 71 ਦੀ ਆ। ਤੇ ਇਸੇ ਤਰੀਕੇ ਨਾਲ ਜਿਹੜੀਆਂ ਲਿਬਰਲ ਡੈਮੋਕ੍ਰੇਟਸ ਆ ਉਹਨਾਂ ਨੂੰ 12 ਜਿਹੜੀਆਂ ਐਕਸਟਰਾ ਸੀਟਾਂ ਹਾਸਲ ਹੋਈਆਂ ਤਾਂ ਉਹਨਾਂ ਦੀ ਟੋਟਲ ਗਿਣਤੀ ਜਿਹੜੀ ਆ ਜਿੱਤਿਆਂ ਦੀ ਬਣਦੀ ਆ 29। ਸੋ ਇਹ ਇਸ ਸਮੇਂ ਦਾ ਜੀ ਜਿਹੜਾ ਪੂਰਾ ਤੱਤਸਾਰ ਆ। ਸੋ ਆਉਣ ਵਾਲੇ ਜਿਹੜਾ ਆਉਣ ਵਾਲੀਆਂ ਇਲੈਕਸ਼ਨਾਂ ਦੇ ਲਈ ਸਭ ਤੋਂ ਅਹਿਮ ਜਿਹੜਾ ਇਹ ਕਹਿ ਲਓ ਕਿ ਮੰਨਿਆ ਜਾ ਰਿਹਾ ਸੀਗਾ ਟੈਸਟ ਕਿ ਆਉਣ ਵਾਲੀਆਂ ਇਲੈਕਸ਼ਨਸ ਤੋਂ ਪਹਿਲਾਂ ਕਿ ਲੋਕੀ ਕੀ ਸੋਚਦੇ ਨੇ। ਬਾਕੀ ਸਰਵੇ ਵਗੈਰਾ ਤਾਂ ਹੁੰਦੇ ਰਹਿੰਦੇ ਨੇ ਪਰ ਜਿਹੜਾ ਲੋਕੀ ਵੋਟ ਪਾ ਕੇ ਦੱਸਦੇ ਨੇ ਉਹ ਇਹ ਮੇਨ ਮੰਨਿਆ ਜਾ ਰਿਹਾ ਸੀ। ਸੋ ਹੁਣ ਜਿਵੇਂ ਆਪਾਂ ਕਿਹਾ ਕਿ ਉਹਨਾਂ ਨੂੰ ਹੋਰ ਮਿਹਨਤ ਹਜੇ ਕਰਨੀ ਪੈਣੀ ਆ ਜੇਕਰ ਉਹਨਾਂ ਨੇ ਸਰਕਾਰ ਸਥਾਪਿਤ ਕਰਨੀ ਆ। ਪਰ ਜੇਕਰ ਇਸ ਸਮੇਂ ਦੇ ਵਿੱਚ ਰਿਸ਼ੀ ਸੁਨਕ ਕੁਝ ਕਹਿ ਲਓ ਕਿ ਜ਼ਿਆਦਾ ਜਿਵੇਂ ਆਪਣੇ ਮਿੰਟੂ ਗੁਰਸਰੀਆ ਸਾਹਿਬ ਕਹਿੰਦੇ ਹੁੰਦੇ ਵੀ ਕੱਛ ਚੋਂ ਮੂੰਗਲੀ ਕੱਢ ਮਾਰਦੇ ਆ ਤੇ ਫਿਰ ਦੇਖਦੇ ਆ ਕਿ ਕੀ ਬਣਦਾ।